ਸਤਿ ਸ੍ਰੀ ਅਕਾਲ। ਸਾਹਿਤਕ ਸਾਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਕੁਲਵੰਤ ਸਿੰਘ ਵਿਰਕ ਦੁਆਰਾ ਰਚਿਤ ਦੋ ਆਨੇ ਦਾ ਘਾਹ ਕਹਾਣੀ ਦੀ ਸਾਹਿਤਕ ਸਮੀਖਿਆ ਲੈ ਕੇ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਸਮੀਖਿਆ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਨਾਲ ਹੀ ਸਾਹਿਤਕ ਸਾਥ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਕੁਲਵੰਤ ਸਿੰਘ ਵਿਰਕ ਪੰਜਾਬੀ ਕਹਾਣੀ ਦਾ ਕਾਫੀ ਮਕਬੂਲ ਹਸਤਾਖਰ ਹੋਇਆ ਹੈ। ਉਹ ਇੱਕ ਪ੍ਰਤਿਭਾਸ਼ੀਲ ਕਹਾਣੀਕਾਰ ਹੈ ਜਿਸ ਨੇ ਪੰਜਾਬੀ ਕਹਾਣੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪਹੁੰਚਾਉਣ ਦੇ ਵਿੱਚ ਬੇਹੱਦ ਨਿਵੇਕਲਾ ਯੋਗਦਾਨ ਪਾਇਆ ਹੈ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਪੇਂਡੂ ਅਤੇ ਸ਼ਹਿਰੀ ਦੋਹਾਂ ਤਰ੍ਹਾਂ ਦੇ ਜੀਵਨ ਯਥਾਰਥ ਨੂੰ ਆਪਣੇ ਕਲੇਵਰ ਵਿੱਚ ਲੈਂਦੇ ਹਨ। ਉਹ ਇੱਕ ਮਾਨਵਵਾਦੀ ਦ੍ਰਿਸ਼ਟੀਕੋਣ ਵਾਲਾ ਕਹਾਣੀਕਾਰ ਸੀ ਜਿਸ ਨੇ ਆਪਣੀਆਂ ਕਹਾਣੀਆਂ ਦੇ ਵਿੱਚ ਮਨੁੱਖੀ ਮਨ ਦੀਆਂ ਸੰਵੇਦਨਾਵਾਂ ਨੂੰ ਮਨੋਵਿਗਿਆਨਿਕ ਪੱਧਰ 'ਤੇ ਉਲੀਕਣ ਦੇ ਵਿੱਚ ਕਾਫੀ ਵੱਡਾ ਔਰ ਨਿਵੇਕਲੀ ਕਿਸਮ ਦਾ ਯੋਗਦਾਨ ਪਾਇਆ ਹੈ। ਜਿੱਥੋਂ ਤੱਕ ਦੋ ਆਨੇ ਦਾ ਘਾਹ ਕਹਾਣੀ ਦੇ ਵਿਸ਼ਾ ਵਸਤੂ ਦਾ ਸਵਾਲ ਹੈ, ਇਸ ਕਹਾਣੀ ਦੇ ਵਿੱਚ ਲੇਖਕ ਨੇ ਭਾਵ ਕੁਲਵੰਤ ਸਿੰਘ ਵਿਰਕ ਨੇ ਮਨੁੱਖੀ ਮਨ ਦੀਆਂ ਜੋ ਵੱਖ-ਵੱਖ ਪਰਤਾਂ ਹਨ, ਅਣਗੌਲੀਆਂ ਪਰਤਾਂ ਹਨ, ਉਹਨਾਂ ਨੂੰ ਬੜੇ ਕਲਾਤਮਕ ਢੰਗ ਦੇ ਨਾਲ ਫਰੋਲਿਆ ਹੈ। ਅਸਲ ਦੇ ਵਿੱਚ ਅਸੀਂ ਆਪਣੇ ਚੌਗਿਰਦੇ ਵਿੱਚ ਦੇਖੀਏ ਤਾਂ ਸਾਨੂੰ ਅਜਿਹੇ ਪਾਤਰ ਜਿਹੜੇ ਇਸ ਕਹਾਣੀ ਦਾ ਮੁੱਖ ਨਾਇਕ ਬੂਟਾ ਸਿੰਘ ਹੈ ਵਰਗੇ ਮਿਲ ਜਾਣਗੇ, ਕਿਉਂਕਿ ਬੂਟਾ ਸਿੰਘ ਜੋ ਹੈ ਉਸਦਾ ਜੋ ਪਹਿਲਾ ਜੀਵਨ ਹੈ ਉਹ ਪਿੰਡ ਦੇ ਨਾਲ ਸੰਬੰਧ ਰੱਖਦਾ ਹੈ। ਪੇਂਡੂ ਜੀਵਨ ਉਸਨੇ ਮਾਣਿਆ ਹੈ, ਹੰਢਾਇਆ ਹੈ ਅਤੇ ਬਾਅਦ ਦੇ ਵਿੱਚ ਉਹ ਸ਼ਹਿਰ ਦੇ ਵਿੱਚ ਆ ਗਿਆ ਹੈ। ਜਦੋਂ ਉਹ ਪਿੰਡ ਵਿੱਚ ਸੀ ਉਹ ਨਿੱਕੇ ਹੁੰਦਿਆਂ ਮੱਝਾਂ ਚਰਾਉਂਦਾ ਰਿਹਾ ਸੀ। ਮੱਝਾਂ ਚਰਾਉਂਦਿਆਂ ਆਪਣੀਆਂ ਮੱਝਾਂ ਨੂੰ ਹਰਾ ਹਰਾ ਘਾਹ ਚਰਦਿਆਂ ਵੇਖ ਕੇ ਉਸਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਸੀ। ਉਹਦੀ ਮਨ ਦੀ ਰੀਝ ਹੁੰਦੀ ਸੀ ਕਿ ਸਾਰੇ ਏਰੀਏ ਦੇ ਵਿੱਚੋਂ ਸਭ ਤੋਂ ਵਧੀਆ ਘਾਹ ਜੋ ਹੈ ਉਸਦੀਆਂ ਮੱਝਾਂ ਹੀ ਚਰਨ, ਕਿਉਂਕਿ ਮੱਝਾਂ ਨੂੰ ਚਰਦਿਆਂ ਹੋਇਆਂ ਵੇਖ ਕੇ ਉਹ ਅੰਦਰੋਂ ਜੋ ਹੈ ਉਸਦੀ ਰੂਹ ਸਰਸ਼ਾਰ ਹੁੰਦੀ ਸੀ। ਇਸ ਲਈ ਉਹ ਆਲੇ ਦੁਆਲੇ ਦੇ ਰਾਹੀਆਂ ਪਾਂਧੀਆਂ ਤੋਂ ਵੀ ਪੁੱਛਦਾ ਰਹਿੰਦਾ ਲੰਘਦਿਆਂ ਦੇ ਕਿ ਜਿੱਥੇ ਵੀ ਕਿਤੇ ਹਰੀ ਚਰਾਂਦ ਦੀ ਚਰਾਂਦ ਭਾਵ ਜਿੱਥੇ ਮੱਝਾਂ ਨੂੰ ਚਰਾਇਆ ਜਾ ਸਕੇ, ਨਿਵੇਕਲੀ ਖੁੱਲ੍ਹੀ ਘਾਹ ਜਿੱਥੇ ਹੋਵੇ, ਉਹਨਾਂ ਬਾਰੇ ਪੁੱਛਦਾ ਰਹਿੰਦਾ ਔਰ ਉੱਥੇ ਆਪਣੀਆਂ ਮੱਝਾਂ ਨੂੰ ਲੈ ਕੇ ਜਾਂਦਾ ਚਰਾਉਣ ਵਾਸਤੇ। ਸਭ ਤੋਂ ਪਹਿਲਾਂ ਰੱਜੀਆਂ ਹੋਈਆਂ ਮੱਝਾਂ ਜੋ ਹੈ ਆਪਣੀਆਂ ਛੱਪੜ ਦੇ ਵਿੱਚ ਲੈ ਕੇ ਜਾਂਦਾ। ਉਸਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਭੁੱਖੀਆਂ ਮੱਝਾਂ ਜਿਹੜੀਆਂ ਨੇ ਉਹ ਛੱਪੜ ਦੇ ਵਿੱਚੋਂ ਛੇਤੀ ਬਾਹਰ ਨਿਕਲ ਆਉਂਦੀਆਂ ਨੇ। ਰੱਜੀ ਮੱਝ ਜਿਹੜੀ ਹੈ ਉਹ ਛੱਪੜ ਦੇ ਵਿੱਚ ਬਹੁਤਾ ਲੰਮਾ ਸਮਾਂ ਜੋ ਹੈ ਨਿੱਠ ਕੇ ਪਾਣੀ ਦਾ ਆਨੰਦ ਮਾਣਦੀ ਹੈ। ਸੋ ਉਹ ਹਮੇਸ਼ਾ ਆਪਣੀਆਂ ਮੱਝਾਂ ਨੂੰ ਜੋ ਹੈ ਰੱਜੀਆਂ ਹੋਈਆਂ ਵੇਖਣਾ ਚਾਹੁੰਦਾ ਸੀ। ਇਸ ਕਰਕੇ ਹਰਾ ਹਰਾ ਘਾਹ ਜੋ ਸੀ ਉਹ ਉਸ ਦੇ ਨਾਲ ਇੱਕ ਭਾਵੁਕ ਸਾਂਝ ਉਸਦੀ ਬਣ ਜਾਂਦੀ ਹੈ। ਬਾਅਦ ਦੇ ਵਿੱਚ ਉਹ ਪੜ੍ਹ ਲਿਖ ਕੇ ਸ਼ਹਿਰ ਦਾ ਇੱਕ ਨਾਮੀ ਵਕੀਲ ਬਣ ਜਾਂਦਾ ਹੈ। ਸ਼ਹਿਰ ਦੇ ਵਿੱਚ ਦੀ ਰਾਜਨੀਤੀ ਦੇ ਵਿੱਚ ਵੀ ਉਸਦਾ ਉੱਘਾ ਯੋਗਦਾਨ ਹੈ। ਸ਼ਹਿਰ ਦੇ ਲੋਕਾਂ ਦੇ ਨਾਲ, ਆਂਢੀਆਂ ਗੁਆਂਢੀਆਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਭਾਵ ਉਸਦੇ ਬਹੁਤ ਚੰਗੇ ਨੇੜਲੇ ਸੰਬੰਧ ਹਨ ਔਰ ਉਹਨਾਂ ਦੇ ਨਾਲ ਵਰਤੋਂ ਵਿਹਾਰ ਇੰਨਾ ਹੈ ਕਿ ਉਸਦੇ ਘਰੋਂ ਕੋਈ ਮਰਜ਼ੀ ਚੀਜ਼ ਕੋਈ ਚੁੱਕ ਕੇ ਲੈ ਜਾਵੇ, ਰੱਖ ਜਾਵੇ, ਉਸਨੂੰ ਕੋਈ ਫਰਕ ਨਹੀਂ ਪੈਂਦਾ। ਹਾਂ, ਜੇਕਰ ਉਸਨੂੰ ਫਰਕ ਪੈਂਦਾ ਹੈ ਤਾਂ ਇਸ ਗੱਲ ਦਾ ਕਿ ਉਸਦੇ ਘਰ ਦੇ ਬਗੀਚੇ ਵਿੱਚ ਉੱਗਿਆ ਹੋਇਆ ਹਰਾ ਹਰਾ ਘਾਹ ਜੋ ਹੈ ਉਹ ਕਿਸੇ ਗੁਆਂਢੀ ਦੀ ਮੱਝ ਨਾ ਚਰ ਜਾਵੇ। ਕਿਉਂਕਿ ਘਾਹ ਦੇ ਨਾਲ ਉਸਦੀ ਭਾਵੁਕ ਸਾਂਝ ਹੈ। ਇਸੇ ਕਰਕੇ ਜਦੋਂ ਉਹ ਆਪਣੇ ਘਰ ਦੇ ਲਾਉਣ ਦੇ ਵਿੱਚ ਬੈਠਾ ਹੁੰਦਾ ਹੈ ਕੁਰਸੀ ਡਾਹ ਕੇ, ਅਤੇ ਗੁਆਂਢੀ ਅਮੋਲਕ ਰਾਮ ਦੀ ਮੱਝ ਉਸਦੇ ਪਾਰਕ ਦੇ ਵਿੱਚ ਆ ਕੇ ਘਾਹ ਚਰਨਾ ਸ਼ੁਰੂ ਕਰ ਦਿੰਦੀ ਹੈ, ਜਿਸ ਨੂੰ ਉਹ ਸ਼ਿਸ਼ਕਾਰ ਕੇ ਭਜਾ ਦਿੰਦਾ ਹੈ। ਅਤੇ ਉਸਨੂੰ ਬਾਅਦ ਦੇ ਵਿੱਚ ਇਸ ਗੱਲ ਦਾ ਪਛਤਾਵਾ ਵੀ ਹੁੰਦਾ ਹੈ ਕਿ ਉਸਦੇ ਗੁਆਂਢੀ ਅਮੋਲਕ ਰਾਮ ਨੇ ਉਸਨੂੰ ਅਜਿਹਾ ਕਰਦਿਆਂ ਵੇਖ ਲਿਆ ਹੈ ਜਿਸ ਦੇ ਨਾਲ ਕਿ ਉਸਦੇ ਬਹੁਤ ਨੇੜਲੇ ਸੰਬੰਧ ਸਨ। ਇੰਨੇ ਨੇੜਲੇ ਕਿ ਧੀਆਂ ਪੁੱਤਰਾਂ ਦੇ ਵਿਆਹਾਂ ਦੇ ਵਿੱਚ ਸੋਨੇ ਤੱਕ ਦੇ ਗਹਿਣੇ ਇੱਕ ਦੂਜੇ ਨੂੰ ਜਿਹੜੇ ਸਨ ਉਹ ਦਿੰਦੇ ਸਨ। ਅਤੇ ਨਿਗੁਣੇ ਜਿਹੇ ਘਾਹ ਬਦਲੇ ਉਸਨੇ ਆਪਣੇ ਗੁਆਂਢੀ ਦੀਆਂ ਅੱਖਾਂ ਦੇ ਵਿੱਚ ਉਹ ਆਪਣੇ ਆਪ ਨੂੰ ਥੋੜ੍ਹਾ ਜੋ ਹੈ ਸ਼ਰਮਸਾਰ ਮਹਿਸੂਸ ਕਰਦਾ ਹੈ, ਪਰ ਉਹ ਮਜਬੂਰ ਹੈ। ਕਿਉਂਕਿ ਘਾਹ ਦੇ ਨਾਲ ਉਸਦੀ ਭਾਵੁਕ ਸਾਂਝ ਜੁੜੀ ਹੋਈ ਹੈ। ਪਰ ਉਹ ਕੋਸ਼ਿਸ਼ ਕਰਦਾ ਹੈ ਕਿ ਅੱਜ ਤੋਂ ਬਾਅਦ ਕਦੀ ਵੀ ਉਹ ਅਜਿਹੀ ਹਰਕਤ ਨਹੀਂ ਕਰੇਗਾ। ਪਰ ਦੁਬਾਰਾ ਫਿਰ ਜਦੋਂ ਇੱਕ ਦਿਨ ਅਮੋਲਕ ਰਾਮ ਦੀ ਮੱਝ ਉਸਦੇ ਪਾਰਕ ਦੇ ਵਿੱਚ ਚਰਨ ਵਾਸਤੇ ਆ ਜਾਂਦੀ ਹੈ ਤਾਂ ਉਸ ਮੱਝ ਨੂੰ ਵੇਖ ਕੇ ਉਹ ਪਹਿਲਾਂ ਇਹ ਵੇਖਦਾ ਹੈ ਕਿ ਕੀ ਅਮੋਲਕ ਰਾਮ ਵੇਖ ਰਿਹਾ ਹੈ। ਅਮੋਲਕ ਰਾਮ ਵੀ ਇਸੇ ਗੱਲ 'ਤੇ ਨਿਗਾਹ ਰੱਖ ਰਿਹਾ ਹੈ ਕਿ ਕੀ ਇਸ ਦੀ ਮੱਝ ਨੂੰ ਉਹ ਭਜਾਉਂਦਾ ਹੈ। ਪਰ ਬੂਟਾ ਸਿੰਘ ਆਪਣੀ ਆਦਤ ਤੋਂ ਇੰਨਾ ਮਜਬੂਰ ਹੈ ਕਿ ਥੋੜ੍ਹਾ ਚਿਰ ਜਰਾਂਦ ਰੱਖ ਕੇ
ਆਖਿਰ ਉਹ ਮੱਝ ਨੂੰ ਫਿਰ ਉੱਥੋਂ ਸ਼ਿਕਾਰ ਕੇ ਭਜਾ ਦਿੰਦਾ ਹੈ ਅਤੇ ਅੰਤ ਪਛਤਾਉਂਦਾ ਵੀ ਹੈ ਕਿ ਨਿਗੁਣੇ ਜਿਹੇ 2 ਆਨੇ ਦੇ ਘਾਹ ਬਦਲੇ, ਜਿਸ ਦੀ ਕੋਈ ਜ਼ਿਆਦਾ ਕੀਮਤ ਵੀ ਨਹੀਂ ਸੀ, ਉਸਨੇ ਆਪਣੇ ਗੁਆਂਢੀ ਅਮੋਲਕ ਰਾਮ ਦੇ ਨਾਲ ਬੜੇ ਚਿਰਾਂ ਤੋਂ ਲੰਮੇ ਸਮੇਂ ਤੋਂ ਬਣੇ ਹੋਏ ਸੰਬੰਧ ਜਿਹੜੇ ਸਨ ਉਹਨਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਾ ਲਿਆ ਸੀ। ਇੱਕ ਤਰ੍ਹਾਂ ਦੇ ਨਾਲ ਤਿਲਾਂਜਲੀ ਦੇ ਲਈ ਸੀ, ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਅਮੋਲਕ ਰਾਮ ਜੋ ਹੈ ਉਸ ਦੇ ਦੁਆਰਾ ਕੀਤੀ ਗਈ ਇਹ ਦੋਹਰੀ ਗਲਤੀ ਨੂੰ ਕਦੇ ਵੀ ਹੁਣ ਬਰਦਾਸ਼ਤ ਨਹੀਂ ਕਰੇਗਾ, ਜਾਂ ਉਸ ਦੇ ਮਨ ਦੇ ਵਿੱਚ ਉਸ ਦੇ ਪ੍ਰਤੀ ਜੋ ਹੈ ਜ਼ਰੂਰ ਇੱਕ ਗੁੱਸਾ ਜਾਂ ਗਿਲੇ ਸ਼ਿਕਵੇ ਦੇ ਭਾਵ ਪੈਦਾ ਹੋ ਗਏ ਹੋਣਗੇ। ਪਰ ਬੂਟਾ ਸਿੰਘ ਆਪਣੇ ਮਨ ਦੀ ਜੋ ਹੈ ਉਸ ਭਾਵੁਕ ਸਾਂਝ ਤੋਂ ਇੰਨਾ ਮਜਬੂਰ ਹੈ ਕਿ ਉਹ ਆਪਣੀ ਜਾਣ ਬੁੱਝ ਕੇ, ਭਾਵ ਉਹ ਜਾਣਦਿਆਂ ਹੋਇਆਂ ਵੀ ਆਪਣੀ ਇਸ ਗਲਤੀ ਦੇ ਉੱਤੇ ਕਾਬੂ ਨਹੀਂ ਪਾ ਸਕਦਾ। ਸੋ ਇਸ ਕਹਾਣੀ 2 ਆਨੇ ਦਾ ਘਾਹ ਜੋ ਹੈ ਵਿੱਚ ਕੁਲਵੰਤ ਸਿੰਘ ਵਿਰਕ ਨੇ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਹੈ, ਜਾਂ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਕੁਝ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਨਾਲ ਸਾਡੀ ਭਾਵੁਕ ਸਾਂਝ ਹੁੰਦੀ ਹੈ, ਔਰ ਉਹਨਾਂ ਭਾਵੁਕ ਸਾਂਝਾਂ ਬਦਲੇ ਭਾਵੇਂ ਕਿੰਨੇ ਵੱਡੇ ਸੰਬੰਧ ਜਿਹੜੇ ਹਨ ਉਹਨਾਂ ਦੀ ਵੀ ਤਿਲਾਂਜਲੀ ਦੇਣੀ ਪਵੇ, ਮਨੁੱਖ ਆਪਣੀ ਫਿਤਰਤ ਤੋਂ ਬਾਜ਼ ਨਹੀਂ ਆ ਸਕਦਾ। ਔਰ ਦੂਜੇ ਪਾਸੇ ਲੇਖਕ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਕਦੇ ਵੀ ਸਾਨੂੰ ਕਿਸੇ ਵਿਅਕਤੀ ਦੇ ਬਾਰੇ ਜੋ ਰਾਏ ਬਣਾਉਣੀ ਹੈ, ਜੋ ਰਵੱਈਆ ਅਖਤਿਆਰ ਕਰਨਾ ਹੈ, ਉਸ ਦੀ ਇੱਕ ਅੱਧੀ ਗਲਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਨਹੀਂ, ਬਲਕਿ ਉਸਦੇ ਸਮੁੱਚੇ ਵਿਹਾਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਣਾਉਣਾ ਚਾਹੀਦਾ ਹੈ। ਕਿਉਂਕਿ ਇੱਕ ਅੱਧੀ ਗਲਤੀ ਹੋ ਸਕਦਾ ਹੈ ਮਨੁੱਖੀ ਫਿਤਰਤ ਦਾ ਹਿੱਸਾ ਹੋ ਸਕਦੀ ਹੈ, ਪਰ ਸਮੁੱਚੇ ਵਿਹਾਰ ਨੂੰ ਜੇਕਰ ਅਸੀਂ ਧਿਆਨ ਵਿੱਚ ਰੱਖਦੇ ਹਾਂ ਤਾਂ ਅਸੀਂ ਉਸ ਮਨੁੱਖ ਦੀ ਸਹੀ ਜੱਜਮੈਂਟ ਕਰ ਸਕਦੇ ਹਾਂ। ਜਾਂ ਨਾਲ ਦੀ ਨਾਲ ਲੇਖਕ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਕੁਝ ਆਦਤਾਂ, ਜਿਵੇਂ ਵਾਰਿਸ ਸ਼ਾਹ ਨੇ ਲਿਖਿਆ ਹੈ ਕਿ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਜਾਂ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਸੋ ਇਸੇ ਤਰ੍ਹਾਂ ਕੁਲਵੰਤ ਸਿੰਘ ਵਿਰਕ ਵੀ ਇਹੀ ਦੱਸਣਾ ਚਾਹ ਰਿਹਾ ਹੈ ਕਿ ਕੁਝ ਆਦਤਾਂ ਜਿਹੜੀਆਂ ਨੇ, ਖਾਸ ਕਰਕੇ ਜਿਹੜੀਆਂ ਬਚਪਨ ਦੀਆਂ ਆਦਤਾਂ ਹੁੰਦੀਆਂ ਨੇ ਜਾਂ ਬਚਪਨ ਦੇ ਜਿਹੜੇ ਸੰਸਕਾਰ ਹੁੰਦੇ ਨੇ, ਉਹਨਾਂ ਨੂੰ ਮਨੁੱਖ ਮੂਲੋਂ ਹੀ ਤਿਆਗ ਨਹੀਂ ਸਕਦਾ, ਜਾਂ ਛੇਤੀ ਕੀਤਿਆਂ ਜੋ ਹੈ ਉਹ ਉਹਨਾਂ ਨੂੰ ਭੁਲਾ ਨਹੀਂ ਸਕਦਾ। ਇਸੇ ਤਰ੍ਹਾਂ ਦੀ ਭਾਵੁਕ ਸਾਂਝ ਬੂਟਾ ਸਿੰਘ ਦੀ ਘਾਹ ਦੇ ਨਾਲ ਹੈ, ਇਸ ਲਈ ਆਪਣੀ ਉਸ ਭਾਵੁਕ ਸਾਂਝ ਬਦਲੇ ਘਾਹ ਭਾਵੇਂ ਉਸ ਦੀ ਨਿਗੁਣੀ ਜਿਹੀ ਕੀਮਤ ਹੈ, 2 ਆਨੇ ਦੀ ਕੀਮਤ ਜਿੰਨਾ ਹੀ ਘਾਹ ਹੈ, ਪਰ ਉਸ ਘਾਹ ਨੂੰ ਉਹ ਕਿਸੇ ਗੁਆਂਢੀ ਦੀ ਮੱਝ ਨੂੰ ਚਰਦਿਆਂ ਹੋਇਆਂ ਵੇਖ ਹੀ ਨਹੀਂ ਸਕਦਾ। ਉਸ ਦੀ ਆਤਮਾ ਤਾਂ ਹੀ ਸੰਤੁਸ਼ਟ ਹੁੰਦੀ ਹੈ ਜੇਕਰ ਉਸ ਘਾਹ ਨੂੰ ਉਸ ਦੀਆਂ ਆਪਣੀਆਂ ਮੱਝਾਂ ਚਰਨ। ਅਤੇ ਇਸ ਤਰ੍ਹਾਂ ਲੇਖਕ ਇਹ ਸਪਸ਼ਟ ਕਰਨ ਦਾ ਯਤਨ ਕਰਦਾ ਹੈ ਕਿ ਜਿਸ ਚੀਜ਼ ਦੇ ਨਾਲ ਸਾਡੀ ਭਾਵੁਕ ਸਾਂਝ ਹੁੰਦੀ ਹੈ, ਉਹ ਚੀਜ਼ ਭਾਵੇਂ ਕਿੰਨੀ ਵੀ ਨਿਗੁਣੀ ਕਿਉਂ ਨਾ ਹੋਵੇ, ਜਾਂ ਥੋੜ੍ਹੀ ਜਿਹੀ ਮਾਤਰਾ ਦੀ ਜਾਂ ਥੋੜ੍ਹੇ ਜਿਹੇ ਪੈਸੇ ਦੀ ਹੀ ਕਿਉਂ ਨਾ ਹੋਵੇ, ਪਰ ਉਹ ਮਨੁੱਖ ਕਦੇ ਵੀ ਕਿਸੇ ਨੂੰ ਦੇਣ ਦੇ ਲਈ ਤਿਆਰ ਨਹੀਂ ਹੁੰਦਾ, ਭਾਵੇਂ ਉਸ ਦਾ ਕੋਈ ਕਿੰਨਾ ਵੀ ਗੂੜਾ ਰਿਸ਼ਤੇਦਾਰ, ਸਗਾ ਸੰਬੰਧੀ ਜਾਂ ਕੋਈ ਦੋਸਤ ਮਿੱਤਰ ਹੀ ਕਿਉਂ ਨਾ ਹੋਵੇ। ਇਹੀ ਸਥਿਤੀ ਜਿਹੜੀ ਹੈ ਬੂਟਾ ਸਿੰਘ ਦੀ ਹੈ। ਸੋ ਉਦੇਸ਼ ਪੱਖੋਂ ਇਸ ਕਹਾਣੀ ਨੂੰ ਅਸੀਂ ਇੱਕ ਸਫਲ ਕਹਾਣੀ ਕਹਿ ਸਕਦੇ ਹਾਂ। ਪਲਾਟ ਜਾਂ ਗੋਂਦ ਦੇ ਨਜ਼ਰੀਏ ਤੋਂ ਕਿਹਾ ਜਾ ਸਕਦਾ ਹੈ ਕਿ ਇਸ ਕਹਾਣੀ ਦੇ ਵਿੱਚ ਵੀ 3 ਪੜਾਅ ਹਨ। ਇੱਕ ਬੂਟਾ ਸਿੰਘ ਦਾ ਬਚਪਨ ਦਾ ਜੀਵਨ, ਦੂਸਰਾ ਉਸਦੇ ਵਕੀਲ ਬਣਨ ਤੋਂ ਬਾਅਦ ਸ਼ਹਿਰੀ ਮੱਧ ਵਰਗੀ ਜੀਵਨ ਜੋ ਹੈ ਉਸਦਾ, ਔਰ ਤੀਸਰੀ ਉਹ ਘਟਨਾ ਉਸਦੀ ਜ਼ਿੰਦਗੀ ਦੇ ਵਿੱਚ ਜਿਸ ਦੇ ਵਾਪਰ ਜਾਣ ਤੋਂ ਬਾਅਦ ਉਹ ਮਨ ਹੀ ਮਨ ਬੜਾ ਬੇਚੈਨ ਵੀ ਹੈ, ਪਰੇਸ਼ਾਨ ਵੀ ਹੈ, ਪਰ ਉਹ ਘਟਨਾ ਉਸਦੀ ਮਜਬੂਰੀ ਹੈ, ਕਿਉਂਕਿ ਉਸ ਘਟਨਾ ਦਾ ਸੰਬੰਧ ਉਸਦੀ ਭਾਵੁਕ ਸਾਂਝ ਦੇ ਨਾਲ ਹੈ, ਕਿਉਂਕਿ ਬਚਪਨ ਤੋਂ ਹੀ ਘਾਹ ਦੇ ਨਾਲ ਉਸਨੂੰ ਬੜਾ ਲਗਾਵ ਰਿਹਾ ਹੈ, ਔਰ ਉਹ ਘਾਹ ਹਮੇਸ਼ਾ ਆਪਣੀਆਂ ਮੱਝਾਂ ਨੂੰ ਹੀ ਚਰਦਿਆਂ ਹੋਇਆਂ, ਰੱਜਿਆਂ ਹੋਇਆਂ ਵੇਖਣਾ ਚਾਹੁੰਦਾ ਹੈ ਉਸ ਘਾਹ ਨੂੰ ਖਾ ਕੇ। ਇਸ ਲਈ ਉਹ ਜੋ ਹੈ ਆਪਣੇ ਪਾਰਕ ਦੇ ਵਿੱਚੋਂ ਅਮੋਲਕ ਰਾਮ ਦੀਆਂ ਮੱਝਾਂ ਨੂੰ ਭਜਾ ਦਿੰਦਾ ਹੈ। ਸੋ ਇਹ ਕਹਾਣੀ ਜੋ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ ਬੂਟਾ ਸਿੰਘ ਦੇ ਆਲੇ ਦੁਆਲੇ ਘੁੰਮਦਿਆਂ ਹੋਇਆਂ ਉਸ ਦੀ ਮਾਨਸਿਕ ਬਿਰਤੀ ਜਾਂ ਉਸ ਦੀ ਭਾਵੁਕ ਸਾਂਝ ਨੂੰ ਪ੍ਰਗਟਾਉਂਦੀ ਹੈ। ਸੋ ਇਹ ਕਹਾਣੀ ਜੋ ਹੈ ਕਾਫੀ ਨਿਵੇਕਲੀ ਕਿਸਮ ਦੀ ਹੈ। ਬਿਆਨੀਆਂ ਢੰਗ ਦੇ ਨਾਲ ਲੇਖਕ ਨੇ ਇਸ ਨੂੰ ਬਿਆਨ ਕੀਤਾ ਹੈ, ਔਰ ਮਨੁੱਖੀ ਫਿਤਰਤ ਦੇ ਅਣਗੌਲੇ ਪੱਖਾਂ ਨੂੰ ਜੋ ਹੈ ਇਸ ਦੇ ਵਿੱਚ ਉਘਾੜਿਆ ਗਿਆ ਹੈ। ਸੋ ਪਲਾਟ ਜਾਂ ਗੋਂਦ ਜਿਹੜੀ ਹੈ ਇਸ ਦੀ ਬੜੀ ਪੀਡੀ ਹੈ, ਗੁੰਦਵੀਂ ਹੈ। ਕਹਾਣੀ ਜੋ ਹੈ ਅੰਤ ਤੱਕ ਰੋਚਕਤਾ ਭਰਪੂਰ ਅਤੇ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਣ ਦੇ ਵਿੱਚ ਸਫਲ ਰਹਿੰਦੀ ਹੈ। ਪਾਤਰ ਉਸਾਰੀ, ਖਾਸ ਕਰਕੇ ਇਸ ਕਹਾਣੀ ਦੇ ਵਿੱਚ ਜੋ ਪਾਤਰ ਹਨ, ਮੁੱਖ ਪਾਤਰ ਜਾਂ ਪ੍ਰਧਾਨ ਪਾਤਰ ਜਿਸ ਨੂੰ ਕਿਹਾ ਜਾ ਸਕਦਾ ਹੈ, ਉਹ ਬੂਟਾ ਸਿੰਘ ਹੀ ਹੈ। ਉਸ ਦੀ ਪਤਨੀ ਹੈ ਗੁਆਂਢੀ ਅਮੋਲਕ ਰਾਮ ਹੈ, ਅਤੇ ਉਸ ਦੀ ਪਤਨੀ ਹੈ। ਬਾਕੀ 3 ਪਾਤਰ ਜਿਹੜੇ ਹਨ ਉਹ ਗੌਣ ਹਨ।
ਮੁੱਖ ਪਾਤਰ ਬੂਟਾ ਸਿੰਘ ਦੇ ਸੁਭਾਅ ਦੇ, ਉਸ ਦੇ ਮਨ ਦੀ ਉਸ ਅੰਦਰਲੀ ਲੁਕੀ ਹੋਈ ਖੁਆਹਿਸ਼ ਜਾਂ ਰੀਝ ਦੇ ਆਲੇ ਦੁਆਲੇ ਕਹਾਣੀ ਘੁੰਮਦੀ ਹੈ। ਸੋ ਇਸ ਨੂੰ ਪਾਤਰ ਪ੍ਰਧਾਨ ਕਹਾਣੀ ਕਿਹਾ ਜਾ ਸਕਦਾ ਹੈ। ਔਰ ਇਸ ਪਾਤਰ ਬੂਟਾ ਸਿੰਘ ਦਾ ਮਨੋਵਿਗਿਆਨਕ ਚਿੱਤਰ ਉਘਾੜਨ ਦੇ ਵਿੱਚ ਕਵੀ ਲੇਖਕ ਜੋ ਹੈ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਉਹ ਪੂਰੀ ਤਰ੍ਹਾਂ ਸਫਲ ਰਿਹਾ ਹੈ। ਜਿੱਥੋਂ ਤੱਕ ਵਾਰਤਾਲਾਪ ਦਾ ਸੰਬੰਧ ਹੈ, ਇਸ ਕਹਾਣੀ ਦੇ ਵਿੱਚ ਲੇਖਕ ਨੇ ਇਸ ਕਹਾਣੀ ਨੂੰ ਸ਼ੁਰੂ ਤੋਂ ਅੰਤ ਤੱਕ ਬਿਆਨ ਕੀਤਾ ਹੈ। ਬਿਆਨੀਆ ਅੰਦਾਜ਼ ਦੇ ਵਿੱਚ ਲਿਖੀ ਗਈ ਕਹਾਣੀ ਹੈ। ਵਾਰਤਾਲਾਪ ਕੋਈ ਬਹੁਤੇ ਨਹੀਂ ਆਏ, ਸਿਰਫ ਜਦੋਂ ਬੂਟਾ ਸਿੰਘ ਅਤੇ ਉਸਦੀ ਪਤਨੀ ਦੇ ਵਿੱਚ ਆਪਸੀ ਸੰਵਾਦ ਹੁੰਦਾ ਹੈ ਉੱਥੇ ਹੀ ਹਨ, ਜਿਨ੍ਹਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਅਮੋਲਕ ਰਾਮ ਦੇ ਨਾਲ ਬੂਟਾ ਸਿੰਘ ਦੀ ਕਿੰਨੀ ਗੂੜ੍ਹੀ ਸਾਂਝ ਸੀ। ਜਦੋਂ ਅਮੋਲਕ ਰਾਮ ਆਪਣੀ ਪਤਨੀ ਨੂੰ ਪੁੱਛਦਾ ਹੈ, ਬੂਟਾ ਸਿੰਘ ਪੁੱਛਦਾ ਹੈ ਕਿ ਅੱਜ ਰਾਏ ਬਹਾਦਰ ਅਮੋਲਕ ਰਾਮ ਦੇ ਘਰੋਂ ਕੀ ਆਇਆ ਸੀ? ਸੋਨ ਹਲਵਾ ਭੇਜਿਆ ਸਾਨੇ, ਕਿਉਂਕਿ ਬੰਬਈਓਂ ਉਹਨਾਂ ਦੇ ਕਿਸੇ ਦੋਸਤ ਨੇ ਭੇਜਿਆ ਸੀ। ਫਿਰ ਉਹ ਪੁੱਛਦਾ ਹੈ ਕਿ ਕੀ ਉਹ ਸਾਰਾ ਹੀ ਤੁਸੀਂ ਖਾ ਗਏ, ਕਿਉਂਕਿ ਮੈਨੂੰ ਤਾਂ ਦਿੱਤਾ ਨਹੀਂ। ਉਹ ਕਹਿੰਦੇ ਕਿ ਨਹੀਂ, ਉਹ ਤਾਂ ਲਗਭਗ 2 ਸੇਰ ਦੇ ਕਰੀਬ ਸੀ, ਇੰਨਾ ਕਿੱਥੇ ਖਾਧਾ ਜਾਂਦਾ ਹੈ। ਭਾਵ ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਉਹਨਾਂ ਦੀ ਗੁਆਂਢੀ ਅਮੋਲਕ ਰਾਮ ਦੇ ਨਾਲ ਕਿੰਨੀ ਗੂੜ੍ਹੀ ਸਾਂਝ ਸੀ, ਕਿ ਇੱਕ ਦੂਜੇ ਦੇ ਨਾਲ ਖੁੱਲ੍ਹਾ ਆਦਾਨ ਪ੍ਰਦਾਨ ਹੈ, ਚੀਜ਼ਾਂ ਦਾ ਲੈਣ ਦੇਣ ਹੈ, ਵਰਤੋਂ ਵਿਹਾਰ ਹੈ, ਚੰਗੇ ਸੰਬੰਧ ਹਨ। ਪਰ ਉਹ ਆਪਣੀ ਆਦਤ ਤੋਂ ਮਜਬੂਰ ਹੋਇਆ ਉਸ ਦੀ ਮੱਝ ਨੂੰ ਪਾਰਕ ਦੇ ਵਿੱਚੋਂ ਭਜਾ ਕੇ ਅੰਤ ਜੋ ਹੈ ਮਨ ਦੇ ਹੀ ਮਨ ਪਛਤਾਉਂਦਾ ਵੀ ਹੈ, ਪਰ ਅਬ ਪਛਤਾਏ ਹੋਤ ਕਿਆ ਜਬ ਚਿੜੀਆਂ ਚੁਗ ਗਈ, ਖੇਤ ਵਾਲੀ ਸਥਿਤੀ ਹੈ। ਇੱਥੇ ਅਸਲ ਦੇ ਵਿੱਚ ਲੇਖਕ ਇਹ ਵੀ ਸਪਸ਼ਟ ਕਰਨਾ ਚਾਹ ਰਿਹਾ ਹੈ ਇਸ ਕਹਾਣੀ ਦੇ ਵਿੱਚ ਕਿ ਜੋ ਜੱਟ ਹੁੰਦਾ ਹੈ, ਜ਼ਮੀਂਦਾਰ ਹੁੰਦਾ ਹੈ, ਜੋ ਜਿਵੇਂ ਕਿਹਾ ਜਾਂਦਾ ਹੈ ਕਿ ਜੱਟ ਗੰਨਾ ਨਹੀਂ ਦਿੰਦਾ, ਭੇਲੀ ਦੇ ਦਿੰਦਾ ਹੈ। ਕਿਉਂਕਿ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਨਾਲ ਮਨੁੱਖ ਭਾਵੁਕ ਪੱਧਰ 'ਤੇ ਜੁੜਿਆ ਹੁੰਦਾ ਹੈ। ਕਿਉਂਕਿ ਗੰਨਾ ਦੇਣ ਦੇ ਨਾਲ ਜੋ ਹੈ ਜਿਵੇਂ ਸਹੇ ਦੀ ਨਹੀਂ ਪਏ ਦੀ ਫਿਕਰ ਹੁੰਦੀ ਹੈ, ਕਿਉਂਕਿ ਗੰਨਾ ਦੇਣ ਦੇ ਨਾਲ ਗੰਨਾ ਚੋਪਦਾ ਹੋਇਆ ਜਿਹੜਾ ਮਨੁੱਖ ਜਿੱਧਰ ਨੂੰ ਜਾਏਗਾ ਛਿਲਕੇ ਸੁੱਟਦਾ ਜਾਏਗਾ ਅਤੇ ਹੌਲੀ ਹੌਲੀ ਸਾਰੇ ਹੀ ਲੋਕ ਗੰਨੇ ਦਾ ਖੇਤ ਜਿਹੜਾ ਹੈ ਉਜਾੜ ਦੇਣਗੇ। ਇਸ ਲਈ ਗੰਨਾ ਦੇਣਾ, ਹਾਲਾਂਕਿ ਉਸਨੂੰ ਇੱਕ ਗੰਨਾ ਦੇਣਾ ਪਏਗਾ, ਪਰ ਭੇਲੀ ਜੋ ਹੈ ਕਿੰਨਿਆਂ ਗੰਨਿਆਂ ਦੇ ਰਸ ਦੇ ਨਾਲ ਤਿਆਰ ਹੁੰਦੀ ਹੈ, ਭੇਲੀ ਦੇਣੀ ਮੰਨ ਜਾਂਦਾ ਹੈ, ਕਿਉਂਕਿ ਉਸ ਦੇ ਵਿੱਚ ਉਸਦਾ ਬੇਸ਼ੱਕ ਆਰਥਿਕ ਤੌਰ 'ਤੇ ਭਾਵੇਂ ਉਸਨੂੰ ਨੁਕਸਾਨ ਹੁੰਦਾ ਹੈ, ਪਰ ਉਸ ਨੁਕਸਾਨ ਨੂੰ ਉਹ ਜਰ ਲੈਂਦਾ ਹੈ। ਪਰ ਕਿਸੇ ਦੁਆਰਾ ਧੱਕੇ ਦੇ ਨਾਲ ਖੇਤ ਦੇ ਵਿੱਚੋਂ ਜਾਂ ਚੋਰੀਓਂ ਜੋ ਚੀਜ਼ ਚੁੱਕੀ ਜਾਂਦੀ ਹੈ ਉਹ ਉਸ ਤੋਂ ਬਰਦਾਸ਼ਤ ਨਹੀਂ ਹੁੰਦੀ। ਇਸ ਲਈ ਇਸ ਕਹਾਣੀ ਨੂੰ ਅਸੀਂ ਵਾਰਤਾਲਾਪ ਦੇ ਪੱਖੋਂ ਵੀ ਇੱਕ ਸਫਲ ਕਹਾਣੀ ਕਹਿ ਸਕਦੇ ਹਾਂ। ਹਾਲਾਂਕਿ ਇਸ ਕਹਾਣੀ ਦੇ ਵਿੱਚ ਵਾਰਤਾਲਾਪ ਬਹੁਤ ਥੋੜ੍ਹੇ ਆਏ ਹਨ, ਪਰ ਜਿੰਨੇ ਵੀ ਆਏ ਹਨ ਕਹਾਣੀ ਦੇ ਪਾਤਰਾਂ ਦੀ ਜੋ ਹੈ ਮਨੋਬਿਰਤੀ ਨੂੰ ਉਘਾੜਨ ਦੇ ਵਿੱਚ ਸਫਲ ਹੋਏ ਹਨ। ਵਾਤਾਵਰਨ ਦੀ ਦ੍ਰਿਸ਼ਟੀ ਦੇ ਵਿੱਚ ਵੀ ਇਸ ਦੇ ਵਿੱਚ ਪੇਂਡੂ ਅਤੇ ਸ਼ਹਿਰੀ ਦੋਵਾਂ ਤਰ੍ਹਾਂ ਦੇ ਵਾਤਾਵਰਨ ਨੂੰ ਉਘਾੜਿਆ ਹੈ ਲੇਖਕ ਨੇ, ਅਤੇ ਨਾਲ ਹੀ ਜੋ ਬੂਟਾ ਸਿੰਘ ਮੁੱਖ ਨਾਇਕ ਹੈ ਕਹਾਣੀ ਦਾ, ਉਸ ਦੇ ਮਾਨਸਿਕ ਵਾਤਾਵਰਨ ਨੂੰ ਵੀ ਬੜੀ ਬਾਰੀਕ ਬੀਨੀ ਦੇ ਨਾਲ ਚਿੱਤਰਿਆ ਹੈ। ਜਿੱਥੋਂ ਤੱਕ ਭਾਸ਼ਾ ਸ਼ੈਲੀ ਦਾ ਸੰਬੰਧ ਹੈ, ਭਾਸ਼ਾ ਸ਼ੈਲੀ ਇਸ ਕਹਾਣੀ ਦੀ ਬਿਆਨੀਆ ਢੰਗ ਦੀ ਹੈ। ਜਿਸ ਤਰ੍ਹਾਂ ਕਿਹਾ ਹੈ, ਠੇਠ ਸਰਲ ਪੰਜਾਬੀ ਹੈ, ਕਿਤੇ ਕਿਤੇ ਉਰਦੂ ਫਾਰਸੀ ਸ਼ਬਦਾਂ ਦਾ ਵੀ ਮਿਲਗੋਭਾ ਹੈ, ਪਰ ਸਮੁੱਚੇ ਤੌਰ 'ਤੇ ਉੱਤੇ ਜੋ ਹੈ ਕਹਾਣੀ ਦੇ ਵਿੱਚ ਭਾਸ਼ਾ ਸ਼ੈਲੀ ਸਦਕਾ ਰੋਚਕਤਾ ਵੀ ਭਰੀ ਹੋਈ ਹੈ, ਅਤੇ ਪੇਂਡੂ ਮੁਹਾਵਰੇ ਵਾਲੀ ਕੇਂਦਰੀ ਪੰਜਾਬੀ ਦਾ ਵਰਣਨ ਮਿਲਦਾ ਹੈ। ਸਿਰਲੇਖ ਪੱਖੋਂ ਇਸ ਕਹਾਣੀ ਨੂੰ ਅਸੀਂ ਇੱਕ ਸਫਲ ਕਹਾਣੀ ਕਹਿ ਸਕਦੇ ਹਾਂ, ਕਿਉਂਕਿ 2 ਆਨੇ ਦਾ ਘਾਹ ਅਸਲ ਦੇ ਵਿੱਚ ਸਮੱਸਿਆ ਹੀ ਜੋ ਹੈ ਜਾਂ ਮੂਲ ਜੜ ਜਿਹੜੀ ਹੈ ਇਸ ਕਹਾਣੀ ਦੀ, ਉਹ ਘਾਹ ਤੋਂ ਹੀ ਸ਼ੁਰੂ ਹੁੰਦੀ ਹੈ। ਔਰ ਘਾਹ ਵੀ ਜਿਸ ਦੀ ਕੋਈ ਜ਼ਿਆਦਾ ਕੀਮਤ ਨਹੀਂ ਹੁੰਦੀ, ਨਿਗੁਣੀ ਜਿਹੀ ਕੀਮਤ ਦਾ ਹੁੰਦਾ ਹੈ। 2 ਆਨੇ ਦੇ ਘਾਹ ਜਿੰਨੇ ਬੁਰਕ ਮਾਰੇ ਹੋਣੇ ਨੇ ਅਮੋਲਕ ਰਾਏ ਬਹਾਦਰ ਦੀ ਮੱਝ ਨੇ ਬੂਟਾ ਸਿੰਘ ਦੇ ਪਾਰਕ ਦੇ ਵਿੱਚੋਂ, ਪਰ ਉਸ ਘਾਹ ਨੂੰ ਚਰਨਾ ਉਸ ਨੂੰ ਬਰਦਾਸ਼ਤ ਨਹੀਂ ਹੈ। ਸੋ ਉਸ ਬੂਟਾ ਸਿੰਘ ਦੀ ਉਸ ਬਚਪਨ ਦੀ ਰੀਝ, ਜਿਸ ਨੂੰ ਕਿ ਉਹ ਆਪਣੀ ਬਹੁਤ ਸਫਲ ਮਨੁੱਖ ਬਣ ਜਾਣ ਦੇ ਬਾਵਜੂਦ ਵੀ ਤਿਆਗ ਨਹੀਂ ਸਕਿਆ, ਉਸ ਦੀ ਮਨ ਦੀ ਜੋ ਫਿਤਰਤ ਹੈ ਉਸ ਦੇ ਆਲੇ ਦੁਆਲੇ ਘੁੰਮਦੀ ਹੈ ਕਿ ਜਿਸ ਘਾਹ ਦੇ ਨਾਲ ਉਸ ਦੀ ਭਾਵੁਕ ਸਾਂਝ ਸੀ, ਉਹ ਘਾਹ ਕਿਸੇ ਵੀ ਕੀਮਤ 'ਤੇ ਉਹ ਕਿਸੇ ਦੂਸਰੇ ਦੀ ਮੱਝ ਨੂੰ ਚਰਦਿਆਂ ਹੋਇਆਂ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ। ਸੋ 2 ਆਨੇ ਦਾ ਘਾਹ ਕਹਾਣੀ ਸਿਰਲੇਖ ਜੋ ਹੈ ਇਸ ਪੱਖੋਂ ਕਾਫੀ ਸਟੀਕ ਹੈ, ਫੱਬਵੀਂ ਹੈ, ਢੁਕਵੀਂ ਹੈ। ਸਿਰਲੇਖ ਵਿਸ਼ੇ ਦੇ ਨਾਲ ਸਿੱਧਾ ਸੰਬੰਧਿਤ ਹੈ। ਸੋ ਅੰਤ ਵਿੱਚ ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ
ਕਿ ਦੋ ਆਨੇ ਦਾ ਘਾਹ ਕਹਾਣੀ ਮਨੁੱਖੀ ਮਨ ਦੀਆਂ ਪਰਤਾਂ ਨੂੰ ਉਘੇੜਦੀ ਹੋਈ ਇੱਕ ਸਫਲ ਕਹਾਣੀ ਹੈ, ਜਿਸ ਨੂੰ ਚਿਤਰਨ ਦੇ ਵਿੱਚ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਜੋ ਹੈ ਪੂਰੀ ਤਰ੍ਹਾਂ ਸਫਲ ਰਿਹਾ ਹੈ। ਸੋ ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਦਾ ਇਹ ਲੈਕਚਰ ਲਾਹੇਵੰਦ ਸਾਬਿਤ ਹੋਵੇਗਾ। ਮਿਲਾਂਗੇ ਅਗਲੇ ਲੈਕਚਰ ਦੇ ਵਿੱਚ, ਤਦ ਤੱਕ ਲਈ ਇਜਾਜ਼ਤ। ਧੰਨਵਾਦ।